ਡੀਅਰ ਸਟੂਡੈਂਟਸ, ਅੱਜ ਅਸੀਂ ਪਲਾਸਟਿਕ ਪ੍ਰੋਡਕਟ ਡਿਜ਼ਾਈਨ ਬਾਰੇ ਡਿਸਕਸ ਕਰਾਂਗੇ ਕਿ ਸਾਡੇ ਪਲਾਸਟਿਕ ਪ੍ਰੋਡਕਟ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕੀ ਡਿਜ਼ਾਈਨ ਕੰਸੀਡਰੇਸ਼ਨਸ, ਕੀ ਡਿਜ਼ਾਈਨ ਪੈਰਾਮੀਟਰਸ ਦਾ ਸਾਨੂੰ ਧਿਆਨ ਰੱਖਣਾ ਪਊਗਾ ਜਦੋਂ ਅਸੀਂ ਪ੍ਰੋਡਕਟ ਬਣਾਉਣਾ ਹੈਗਾ, ਡਿਜ਼ਾਈਨ ਕਰਨਾ ਆਪਣੀ ਡਰਾਇੰਗ ਸ਼ੀਟ ਦੇ ਉੱਪਰ ਜਾਂ ਸੌਫਟਵੇਅਰ ਦੇ ਵਿੱਚ। ਜਦੋਂ ਵੀ ਅਸੀਂ 2D 3D ਡਰਾਇੰਗ ਬਣਾਵਾਂਗੇ, ਪਲਾਸਟਿਕ ਦੇ ਪ੍ਰੋਡਕਟ ਨੂੰ ਡਿਜ਼ਾਈਨ ਕਰਾਂਗੇ, ਸਾਨੂੰ ਕੀ ਪੈਰਾਮੀਟਰਸ ਦਾ ਧਿਆਨ ਰੱਖਣਾ ਪਊਗਾ, ਕੀ ਛੋਟੀਆਂ ਬਰੀਕੀਆਂ ਦਾ, ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ, ਜਿਸ ਕਰਕੇ ਸਾਡੇ ਪਲਾਸਟਿਕ ਪ੍ਰੋਡਕਟ ਦੀ ਜਿਹੜੀ ਲਾਈਫ ਹੈਗੀ ਆ ਲੰਬੀ ਹੋਵੇ, ਜਿਹੜੀ ਉਹਦੀ ਸਟਰੈਂਥ ਹੈਗੀ ਆ ਉਹ ਹਾਰਡ ਹੋਵੇ ਅਤੇ ਮਿਨੀਮਮ ਮਟੀਰੀਅਲ ਯੂਜ਼ ਕਰਕੇ ਅਸੀਂ ਵਧੀਆ ਕੁਆਲਿਟੀ ਦਾ ਜਿਹੜਾ ਪ੍ਰੋਡਕਟ ਜਿਹੜਾ ਹੈਗਾ ਉਹ ਅਸੀਂ ਤਿਆਰ ਕਰ ਸਕੀਏ। ਸੋ ਸ਼ੁਰੂਆਤ ਕਰਦੇ ਆ ਡਿਜ਼ਾਈਨ ਤੋਂ। ਸੋ ਡਿਜ਼ਾਈਨ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਇਹਦੇ ਵਿੱਚ ਡਿਜ਼ਾਈਨ ਨੂੰ ਇਹਨਾਂ ਨੇ ਦੋ ਹਾਫਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਕਿ ਇੱਕ ਡਿਜ਼ਾਈਨ ਜਿਹੜਾ ਹੈਗਾ ਉਹ ਡਿਜ਼ਾਈਨ ਬਾਈ ਐਵੋਲੂਸ਼ਨ। ਡਿਜ਼ਾਈਨ ਬਾਈ ਐਵੋਲੂਸ਼ਨ ਦਾ ਮਤਲਬ ਹੈਗਾ ਕਿ ਉਸ ਤਰ੍ਹਾਂ ਦਾ ਡਿਜ਼ਾਈਨ ਜਿਹਦੇ ਵਿੱਚ ਅਸੀਂ ਥੋੜ੍ਹੀ ਚੇਂਜਿਸ ਕਰਦੇ ਰਹਿੰਦੇ ਹਾਂ ਔਰ ਟਾਈਮ ਪਾ ਕੇ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਚੇਂਜਿਸ ਹੋ ਜਾਂਦੇ ਹੁੰਦੇ ਆ। ਜਦੋਂ ਆਪਾਂ ਬਿਲਕੁਲ ਮਾਈਨਰ ਚੇਂਜਿਸ ਜਿੱਦਾਂ ਈਅਰ ਬਾਈ ਈਅਰ ਅਸੀਂ ਉਹਦੇ 'ਚ ਚੇਂਜਿਸ ਕਰਦੇ ਰਹੀਏ। ਇਹਦੇ ਵਿੱਚ ਇਹਨਾਂ ਨੇ ਇੱਕ ਐਗਜ਼ਾਮਪਲ ਲਈ ਹੋਈ ਸਾਈਕਲ ਦੀ ਕਿ ਅੱਜ ਤੋਂ 100 ਸਾਲ ਪਹਿਲਾਂ ਜਿਹੜੇ ਸਾਈਕਲ ਹੁੰਦੇ ਸੀ ਉਹ ਕਿਸ ਤਰ੍ਹਾਂ ਦੇ ਹੁੰਦੇ ਸੀ। ਈਅਰ ਬਾਈ ਈਅਰ ਉਹਦੇ 'ਚ ਚੇਂਜਿਸ ਹੁੰਦੇ ਰਹੇ ਅਤੇ ਅੱਜ ਦੀ ਡੇਟ ਦੀ ਜਿਹੜੇ ਸਾਈਕਲ ਹੈਗੇ ਆ ਉਹ ਇੱਕ ਰਿਜ਼ਲਟ ਹੈਗਾ ਜਿਹੜੇ ਹੌਲੀ ਐਵੋਲੂਸ਼ਨ ਦੇ ਨਾਲ ਜਿਹੜੇ ਚੇਂਜਿਸ ਹੋਏ ਨੇ। ਪਹਿਲਾਂ ਜਿਹੜੇ ਡਿਜ਼ਾਈਨ ਹੁੰਦੇ ਸੀ ਉਹ ਐਵੋਲੂਸ਼ਨ ਦੇ ਨਾਲ ਹੁੰਦੇ ਸੀ ਕਿਉਂਕਿ ਪਹਿਲਾਂ ਲੋਕ ਕ੍ਰੀਏਟਿਵ ਘੱਟ ਹੁੰਦੇ ਸੀਗੇ ਅਤੇ ਬਸ ਥੋੜ੍ਹਾ ਬਹੁਤਾ ਉਹ ਚੇਂਜਿਸ ਕਰਦੇ ਸੀ ਅਤੇ ਡਿਜ਼ਾਈਨ ਦੇ ਵਿੱਚ ਜਿਹੜਾ ਹੈਗਾ ਉਹ ਚੇਂਜਿਸ ਆਉਂਦੇ ਰਹਿੰਦੇ ਸੀ ਅਤੇ ਸਾਡਾ ਫਾਈਨਲ ਡਿਜ਼ਾਈਨ ਜਿਹੜਾ ਹੈ ਉਹ ਤਿਆਰ ਹੋ ਜਾਂਦਾ ਸੀ। ਇੱਕ ਸਾਡਾ ਡਿਜ਼ਾਈਨ ਜਿਹੜਾ ਹੈਗਾ ਉਹ ਹੁੰਦਾ ਡਿਜ਼ਾਈਨ ਬਾਈ ਇਨੋਵੇਸ਼ਨ, ਕਿ ਨਵਾਂ ਡਿਜ਼ਾਈਨ ਜਿਹੜੇ ਕਿ ਤੁਹਾਡੀ ਇੱਕ ਕ੍ਰੀਏਟਿਵ ਥਿੰਕਿੰਗ, ਤੁਹਾਡੀ ਇੱਕ ਇਨੋਵੇਟਿਵ ਥਿੰਕਿੰਗ ਨਾਲ ਇੱਕ ਡਿਜ਼ਾਈਨ ਜਿਹੜਾ ਡਿਵੈਲਪ ਹੋਇਆ ਹੁੰਦਾ, ਉਸ ਡਿਜ਼ਾਈਨ ਨੂੰ ਅਸੀਂ ਡਿਜ਼ਾਈਨ ਬਾਈ ਇਨੋਵੇਸ਼ਨ ਕਹਿ ਸਕਦੇ ਹਾਂ। ਸੋ ਅਗਰ ਆਪਾਂ ਡਿਜ਼ਾਈਨ ਬਾਈ ਐਵੋਲੂਸ਼ਨ ਦੀ ਗੱਲ ਕਰੀਏ, ਇਨ ਦਾ ਪਾਸਟ ਡਿਜ਼ਾਈਨ ਯੂਜ਼ ਟੂ ਇਵੋਲਵ ਓਵਰ ਦਾ ਲੌਂਗ ਸਪੈਨਸ ਆਫ ਟਾਈਮ। The linearity pace of technological changes reduced the risk of making major errors. The circumstances rarely demanded analytical capabilities of the designer. This is called design by evolution. ਉਹਦੇ ਵਿੱਚ ਹੈ ਕਿ ਸਰਕਮਸਟਾਂਸਿਸ ਰੇਅਰਲੀ ਬਹੁਤ ਘੱਟ ਡਿਮਾਂਡਡ ਐਨਾਲੀਟੀਕਲ ਕੈਪੇਬਿਲਿਟੀਜ਼ ਆਫ ਦਾ ਡਿਜ਼ਾਈਨਰ, ਕਿਉਂਕਿ ਰਿਸੋਰਸਿਸ ਘੱਟ ਹੁੰਦੇ ਸੀਗੇ ਅਤੇ ਬਹੁਤਾ ਉਹਦੇ ਵਿੱਚ ਚੇਂਜਿਸ ਨਹੀਂ ਸੀ ਕਰ ਪਾਉਂਦੇ। ਬਟ ਜਿਹੜਾ ਮੇਨ ਇਹਨਾਂ ਦਾ ਕੰਸੈਪਟ ਇਹੀ ਹੈ ਕਿ ਜਿਹੜਾ ਡਿਜ਼ਾਈਨ ਸਾਡਾ ਸ਼ੁਰੂ ਦੇ ਵਿੱਚ ਜਿਹੜਾ ਡਿਜ਼ਾਈਨ ਹੁੰਦਾ ਉਹਦੇ ਵਿੱਚ ਆਪਾਂ ਜਦੋਂ ਥੋੜ੍ਹਾ ਚੇਂਜਿਸ ਕਰਦੇ ਰਹਿੰਦੇ ਹਾਂ ਤਾਂ ਇੱਕ ਉਹਦਾ ਬੇਸਿਕ ਕੰਸੈਪਟ ਉਹ ਸੇਮ ਹੀ ਹੁੰਦਾ, ਬਟ ਆਪਾਂ ਉਹਨੂੰ ਉਹਦੇ 'ਚ ਕੁਛ ਮੋਡੀਫਿਕੇਸ਼ਨਸ ਕਰਦੇ ਰਹਿੰਦੇ ਹਾਂ। ਜਿੱਦਾਂ ਐਗਜ਼ਾਮਪਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਾਈਕਲ ਦੀ ਐਗਜ਼ਾਮਪਲ, ਡਿਵੈਲਪਮੈਂਟ ਆਫ ਬਾਈਸਾਈਕਲ ਓਵਰ ਦ ਪੀਰੀਅਡ ਆਫ ਸੈਂਚੁਰੀ, ਪੂਰੇ ਸੈਂਚੁਰੀ 100 ਸਾਲ ਪਹਿਲਾਂ ਸਾਡੇ ਸਾਈਕਲਸ ਕਿੱਦਾਂ ਦੇ ਹੁੰਦੇ, ਹੁਣ ਉਹਦੇ ਵਿੱਚ ਕਿੰਨੀ ਇਨੋਵੇਸ਼ਨ ਹੋ ਗਈ ਹੈ, ਕਿੰਨੀ ਡਿਵੈਲਪਮੈਂਟ ਹੋ ਗਈ ਹੋਈ ਆ। ਠੀਕ ਆ। ਸੋ ਇਹਦੇ ਕੁਝ ਡਿਸਐਡਵਾਂਟੇਜਸ ਵੀ ਇਹਨਾਂ ਨੇ ਦੱਸਿਆ ਹੋਇਆ ਕਿ ਜਿਹੜੇ ਐਵੋਲੂਟਰੀ ਡਿਜ਼ਾਈਨਸ ਹੁੰਦੇ ਨੇ, ਜਿਹੜੇ ਥੋੜ੍ਹੇ ਚੇਂਜਿਸ ਨਾਲ ਬਣਦੇ ਨੇ, ਦੈਟ ਆਰ ਅਨਸੂਟੇਬਲ ਫॉर ਮਾਸ ਪ੍ਰੋਡਕਸ਼ਨ। ਮਾਸ ਪ੍ਰੋਡਕਸ਼ਨ ਦਾ ਮਤਲਬ ਜਦੋਂ ਅਸੀਂ ਬਲਕ ਦੇ ਵਿੱਚ ਪਾਰਟਸ ਤਿਆਰ ਕਰ ਲੈਂਦੇ ਹਾਂ, ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ ਜਦੋਂ ਪਾਰਟਸ ਅਸੀਂ ਤਿਆਰ ਕਰਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਕਿ ਮਾਸ ਪ੍ਰੋਡਕਸ਼ਨ ਕੀਤੀ ਉਸ ਪਾਰਟਸ ਦੀ। ਸੋ ਦੀਜ਼ ਡਿਜ਼ਾਈਨਸ ਆਰ ਅਨਸੂਟੇਬਲ ਫॉर ਮਾਸ ਪ੍ਰੋਡਕਸ਼ਨ। ਦੂਸਰੀ ਇਹਦੇ ਵਿੱਚ ਇਹ ਚੀਜ਼ ਹੈਗੀ ਡਿਫੀਕਲਟੀ ਇਨ ਮੋਡੀਫਿਕੇਸ਼ਨ, ਇਨ ਐਬਿਲਿਟੀ ਟੂ ਟੈਪ ਨਿਊ ਟੈਕਨੋਲੋਜੀ। ਡਿਫੀਕਲਟੀ ਇਨ ਮੋਡੀਫਿਕੇਸ਼ਨ ਦਾ ਮਤਲਬ ਹੈਗਾ ਕਿ ਅਸੀਂ ਇਹਦੇ ਵਿੱਚ ਮੋਡੀਫਿਕੇਸ਼ਨ ਕਰਨੀ ਹੋਏਗੀ, ਸਾਡਾ ਸਾਰਾ ਦਾ ਸਾਰਾ ਡਿਜ਼ਾਈਨ ਜਿਹੜਾ ਹੈ ਚੇਂਜ ਹੋ ਜਾਂਦਾ। ਲਾਈਕ ਅਗਰ ਆਪਾਂ ਸਾਈਕਲ ਤੋਂ ਮੋਟਰਸਾਈਕਲ ਬਣਾਉਣਾ ਇਹਨੂੰ, ਸੋ ਉਹਦੇ ਵਿੱਚ ਸਾਨੂੰ ਮੋਟਰ ਲਗਾਉਣੀ ਪਊਗੀ, ਸਪੀਡ ਤਾਂ ਸਾਨੂੰ ਮਿਲ ਜਾਏਗੀ, ਬਟ ਉਹ ਫਿਰ ਤੁਹਾਨੂੰ ਟਾਇਰ ਜਿਹੜੇ ਹੈਗੇ ਉਹ ਹੈਵੀ ਲਗਾਉਣੇ ਪੈਣਗੇ, ਸਾਰਾ ਸਟਰਕਚਰ ਡਿਜ਼ਾਈਨ ਜਿਹੜਾ ਉਹ ਚੇਂਜ ਹੋ ਜਾਏਗਾ। ਇਨ ਅਬਿਲਿਟੀ ਟੂ ਟੈਪ ਨਿਊ ਟੈਕਨੋਲੋਜੀਜ਼ ਹੈ ਨਾ, ਇਹਦੇ ਵਿੱਚ ਨਵੀਂ ਟੈਕਨੋਲੋਜੀਜ਼ ਨੂੰ ਅਸੀਂ ਇਹਦੇ ਵਿੱਚ ਨਹੀਂ ਐਡ ਕਰ ਸਕਦੇ, ਸਾਨੂੰ ਉਹੀ ਚੀਜ਼ ਨੂੰ, ਬੇਸਿਕ ਚੀਜ਼ ਸਾਨੂੰ ਉਹੀ ਰੱਖਣੀ ਪੈਂਦੀ ਹੈ। ਸੋ ਦੂਜੀ ਅਗਰ ਆਪਾਂ ਡਿਜ਼ਾਈਨ ਦੀ ਗੱਲ ਕਰੀਏ, ਇਨੋਵੇਸ਼ਨ, ਤੁਹਾਡੀ ਆਪਣੀ ਕ੍ਰੀਏਟਿਵ ਐਨਾਲੀਟੀਕਲ ਥਿੰਕਿੰਗ ਨਾਲ ਤੁਸੀਂ ਜਿਹੜਾ ਡਿਜ਼ਾਈਨ ਅੱਜ ਜਿਸ ਤਰ੍ਹਾਂ ਦੀ ਲੋਕਾਂ ਦੀ ਡਿਮਾਂਡ ਆ ਉਸ ਹਿਸਾਬ ਨਾਲ ਅਗਰ ਤੁਸੀਂ ਡਿਜ਼ਾਈਨ ਬਣਾ ਲੈਂਦੇ ਹੋ। ਲਾਈਕ ਅੱਜ ਦੀ ਡੇਟ ਦੇ ਵਿੱਚ ਲੋਕਾਂ ਨੂੰ ਜਿਵੇਂ ਕਰੋਨਾ ਦੇ ਦੌਰ ਤੋਂ ਨਿਕਲ ਰਿਹਾ, ਅਤੇ ਅਗਰ ਲੋਕਾਂ ਦੀ ਡਿਮਾਂਡ ਹੋਏਗੀ ਕੋਈ ਇਹੋ ਜਿਹੀ, ਜਿਸ ਤਰ੍ਹਾਂ ਅੱਜ ਕੱਲ੍ਹ ਮਾਸਕ ਆਏ, ਟਰਾਂਸਪੇਰੈਂਟ ਮਾਸਕ ਆਉਣ ਲੱਗ ਪਿਆ ਮਾਰਕੀਟ ਦੇ ਵਿੱਚ, ਪਲਾਸਟਿਕਸ ਦੇ ਤਰ੍ਹਾਂ ਟਰਾਂਸਪੇਰੈਂਟ ਮਾਸਕ, ਅਤੇ ਉਹ ਲੋਕਾਂ ਦੀ ਡਿਮਾਂਡ ਆ, ਉਹ ਕਿਸੇ ਨੇ ਇਨੋਵੇਟਿਵ ਥਿੰਕਿੰਗ ਸੋਚ ਕੇ ਕਿ ਹਾਂ ਹੁਣ ਅਸੀਂ ਮਾਸਕ ਪਾ ਲੈਣਾ, ਸਾਨੂੰ ਨਹੀਂ ਪਤਾ ਲੱਗਦਾ ਕਿ ਨਾ ਕਿ ਕੋਈ ਅੱਗੇ ਹੱਸ ਰਿਹਾ, ਕਿ ਰੋ ਰਿਹਾ, ਕੀ ਕਰ ਰਿਹਾ, ਬਟ ਜੇ ਟਰਾਂਸਪੇਰੈਂਟ ਮਾਸਕ ਹੈ ਕਿ ਸਾਨੂੰ ਅਗਲੇ ਦਾ ਫੇਸ ਜਿਹੜਾ ਹੈਗਾ ਵਿਜ਼ੀਬਲ ਦਿਖੇਗਾ, ਕੀ ਹੈ ਨਾ, ਕੀ ਐਕਸਪ੍ਰੈਸ਼ਨ ਦੇ ਰਿਹਾ। ਸੋ ਇਹ ਚੀਜ਼ ਹੈਗੀ ਹੈ ਕਿ ਅਗਰ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ, ਲੋਕਾਂ ਦੀ ਜੋ ਕਸਟਮਰ ਡਿਮਾਂਡ ਆ ਉਸ ਹਿਸਾਬ ਨਾਲ ਅਗਰ ਕੋਈ ਆਪਣੀ ਇਨੋਵੇਸ਼ਨ ਦਿਖਾਉਂਦਾ ਹੈ ਅਤੇ ਉਹ ਇੱਕ ਨਵੀਂ ਰਿਸਰਚ ਕਰਕੇ
ਨਵਾਂ ਡਿਜ਼ਾਈਨ ਤਿਆਰ ਕਰਦਾ ਤੇ ਉਹਨੂੰ ਆਪਾਂ ਡਿਜ਼ਾਈਨ ਬਾਈ ਇਨੋਵੇਸ਼ਨ ਬੋਲ ਸਕਦੇ ਹਾਂ। ਐਗਜ਼ਾਮਪਲ ਜਿਵੇਂ ਇਹਨਾਂ ਦੀ ਲੇਜ਼ਰ ਬੀਮ ਹੈ ਕਿ ਜਦੋਂ ਲੇਜ਼ਰ ਬੀਮ ਟੈਕਨੋਲੋਜੀ ਆਈ ਉਹਨੇ ਮੈਡੀਕਲ ਅਤੇ ਇੰਜੀਨੀਅਰਿੰਗ ਫੀਲਡਸ ਦੇ ਵਿੱਚ ਇੱਕ ਰੈਵੋਲੂਸ਼ਨ ਹੀ ਲੈਣ ਦਿੱਤੀ। ਉਹ ਇਸ ਤਰ੍ਹਾਂ ਤੋਂ ਪਹਿਲਾਂ ਲੇਜ਼ਰ ਬੀਮ ਟੈਕਨੋਲੋਜੀ ਨਹੀਂ ਸੀ ਹੈਗੀ। ਸੋ ਇਸੇ ਤਰ੍ਹਾਂ ਹੀ ਸੋਲਰ ਸਟੇਟ ਇਲੈਕਟ੍ਰੋਨਿਕਸ ਸਰਕਟਸ IC ਚਿਪਸ ਜਦੋਂ ਆਈ ਆ ਅਤੇ ਇਲੈਕਟ੍ਰੋਨਿਕ ਪ੍ਰੋਡਕਟਸ ਦੇ ਵਿੱਚ ਇਹਨਾਂ ਨੇ ਕਾਫੀ ਜਿਹੜਾ ਹੈਗਾ ਉਹ ਐਡਵਾਂਸਮੈਂਟ ਲਿਆਂਦੀ। ਸੋ ਇਸੇ ਤਰ੍ਹਾਂ ਅਗਰ ਜਿਹੜੀ ਨਵੀਂ ਟੈਕਨੋਲੋਜੀ ਦਾ ਡਿਜ਼ਾਈਨ ਹੋਏ ਉਹਨੂੰ ਡਿਜ਼ਾਈਨ ਬਾਈ ਇਨੋਵੇਸ਼ਨ। ਸੋ ਉਹਦੇ ਵਿੱਚ ਕੁਛ ਅੱਗੇ ਨੈਕਸਟ ਉਹਨਾਂ ਨੇ ਇਸੈਂਸ਼ੀਅਲ ਕੁਛ ਫੈਕਟਰਸ ਦੱਸੇ ਹੈਗੇ ਆ ਪ੍ਰੋਡਕਟ ਡਿਜ਼ਾਈਨ ਦੇ ਕਿ ਕਿਹੜੇ ਫੈਕਟਰਸ ਨੂੰ ਕੰਸੀਡਰ ਕਰਕੇ ਤੁਸੀਂ ਪ੍ਰੋਡਕਟ ਦਾ ਡਿਜ਼ਾਈਨ ਕਰਨਾ, ਕਿਹੜੇ ਫੈਕਟਰਸ ਨੂੰ ਤੁਸੀਂ ਕੰਸੀਡਰ ਕਰਕੇ ਤੁਸੀਂ ਪ੍ਰੋਡਕਟ ਦਾ ਡਿਜ਼ਾਈਨ ਕਰਨਾ। ਫਸਟ ਆਫ ਆਲ ਹੈ ਨੀਡ। ਵਾਟ ਇਜ਼ ਦਾ ਨੀਡ ਫੋਰ ਪ੍ਰੋਡਕਟ ਡਿਜ਼ਾਈਨ। ਉਹਦਾ ਨੀਡ ਕੀ ਆ, ਠੀਕ ਆ, ਉਸ ਪ੍ਰੋਡਕਟ ਦੀ ਕੀ ਨੀਡ ਹੈਗੀ ਹੈ ਨਾ। ਫਿਜ਼ੀਕਲ ਰਿਲਾਇਬਿਲਿਟੀ, ਇਕਨੋਮਿਕਲ ਵਰਥਨੈਸ ਹੈ ਨਾ। ਕਈ ਵਾਰੀ ਇਕਨੋਮਿਕਲ ਵਰਥਨੈਸ ਦਾ ਮਤਲਬ ਹੈ ਕਿ ਕਈ ਵਾਰੀ ਕੁਛ ਆਰਟੀਕਲਸ ਹੁੰਦੇ ਨੇ ਅਸੀਂ ਉਹਨਾਂ 'ਤੇ ਡਿਜ਼ਾਈਨ ਡਿਵੈਲਪਮੈਂਟ 'ਤੇ ਇੰਨਾ ਕੁ ਡਿਜ਼ਾਈਨ ਮੈਨੂਫੈਕਚਰਿੰਗ 'ਤੇ ਇੰਨਾ ਕੁ ਪੈਸਾ ਲਾ ਦਿੰਦੇ ਕਿ ਬਾਅਦ ਦੇ ਵਿੱਚ ਸਾਡਾ ਉਹ ਉਨੇ ਦਾ ਪ੍ਰੋਡਕਟ ਸੇਲ ਨਹੀਂ ਹੁੰਦਾ। ਸੋ ਇਸ ਚੀਜ਼ ਨੂੰ ਵੀ ਆਪਾਂ ਧਿਆਨ ਰੱਖਣਾ ਹੁੰਦਾ, ਠੀਕ ਆ। ਕਿ ਸਪੋਜ਼ ਕਰੋ ਅਸੀਂ 100 ਰੁਪਏ ਦਾ ਇੱਕ ਪ੍ਰੋਡਕਟ ਮੈਨੂਫੈਕਚਰ ਕਰਦੇ, ਬਾਅਦ ਸਾਡਾ ਉਹ 70 ਰੁਪਏ ਦਾ 60 ਰੁਪਏ ਦਾ ਵਿਕ ਰਿਹਾ ਅਤੇ ਉਹ ਸਾਡਾ ਕੋਈ ਉਹ ਨਹੀਂ ਹੈਗਾ ਕਿ ਅਸੀਂ ਉਸ 'ਤੇ ਆਪਾਂ ਨਹੀਂ ਤਕਨੀਕ ਲਗਾਈਏ ਜਾਂ ਮਟੀਰੀਅਲ ਵਧੀਆ ਲਗਾਈਏ। ਇਹ ਚੀਜ਼ ਆ, ਇਹੀ ਕਾਰਨ ਹੈਗਾ ਕਿ ਕਈ ਵਾਰੀ ਨੋਨ ਬ੍ਰਾਂਡਡ ਪ੍ਰੋਡਕਟਸ ਜਿਹੜੇ ਸਾਨੂੰ ਰੇੜੀਆਂ ਤੋਂ ਵੀ ਮਿਲ ਜਾਂਦੇ ਪਲਾਸਟਿਕ ਦੇ, ਉਹਦੇ ਵਿੱਚ ਉਹਨਾਂ ਨੇ ਨਾ ਪ੍ਰੋਡਕਟ ਦਾ ਪਲਾਸਟਿਕ ਵਧੀਆ ਲਗਾਇਆ ਹੁੰਦਾ, ਨਾ ਉਹਨਾਂ ਦੇ ਵਿੱਚ ਡਿਜ਼ਾਈਨ ਦੇ ਵਿੱਚ ਕੁਛ ਵਧੀਆ ਹੁੰਦਾ। ਸੋ ਕਹਿਣ ਦਾ ਮਤਲਬ ਕਿ ਉਹ ਉਸ ਤਰ੍ਹਾਂ ਦੀ ਕੁਆਲਿਟੀ ਹੀ ਰੱਖਦੇ ਆ ਕਿ ਜਿਹਦੇ ਨਾਲ ਉਹਨਾਂ ਨੂੰ ਵਿੱਚ ਮਾਰਜਨ ਨਿਕਲ ਆਵੇ। ਸੋ ਇਹ ਚੀਜ਼ਾਂ ਦਾ ਵੀ ਉਹਨਾਂ ਦੇ ਵਿੱਚ ਬੜਾ ਧਿਆਨ ਹੁੰਦਾ। ਇਸੇ ਕਰਕੇ ਅਗਰ ਵਧੀਆ ਡਿਜ਼ਾਈਨ ਹੋਏਗਾ, ਵਧੀਆ ਕੁਆਲਿਟੀ ਦਾ ਮਟੀਰੀਅਲ ਹੋਏਗਾ ਅਤੇ ਤਾਂ ਹੀ ਬ੍ਰਾਂਡਡ ਪ੍ਰੋਡਕਟਸ ਜਿਹੜੇ ਹੈਗੇ ਉਹ ਮਹਿੰਗੇ ਆਉਂਦੇ ਪਲਾਸਟਿਕ ਦੇ, ਹੈ ਨਾ। ਕੁਛ ਆਪਾਂ ਯੂਟੈਂਸਿਲਸ ਅਗਰ ਗੱਲ ਕਰੀਏ ਜਾਂ ਕੋਈ ਹੋਰ ਪ੍ਰੋਡਕਟਸ ਦੀ ਗੱਲ ਕਰੀਏ, ਵਧੀਆ ਟੋਇਜ਼ ਦੀ ਗੱਲ ਕਰੀਏ, ਹੈ ਨਾ, ਅਤੇ ਉਹ ਉਹਨਾਂ ਨੇ ਫਿਰ ਆਪਣਾ ਮਾਰਜਨ ਕੱਢਣਾ ਹੁੰਦਾ ਕਿਉਂਕਿ ਉਹਨਾਂ ਨੇ ਜਿਹੜੀ ਹੈਗੀ ਹਰ ਚੀਜ਼ ਜਿਹੜੀ ਹੈਗੀ ਉਹ ਵਧੀਆ ਕੁਆਲਿਟੀ ਦੀ ਯੂਜ਼ ਕੀਤੀ ਹੈ। ਡਿਜ਼ਾਈਨ ਉਹਨਾਂ ਦਾ ਆਪਣਾ ਹੋਏਗਾ। ਸੋ ਬਾਕੀ ਦੇ ਕਾਪੀ ਕਰਦੇ ਨੇ ਉਹਨੂੰ, ਲੋਕਲ ਜਿਹਾ ਬੰਦਾ ਜਿਹੜਾ ਹੈਗਾ ਉਹ ਪ੍ਰੋਡਕਟ ਨੂੰ ਕਾਪੀ ਕਰਕੇ ਸਕ੍ਰੈਪ ਤੋਂ ਉਹੋ ਜਿਹਾ ਪ੍ਰੋਡਕਟ ਤਿਆਰ ਕਰਨ ਦਾ। ਸੋ ਇਹ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ। ਡਿਜ਼ਾਈਨ ਕ੍ਰੀਏਸ਼ਨ, ਮੋਰਫੋਲੋਜੀ, ਡਿਜ਼ਾਈਨ ਪ੍ਰੋਸੈਸ, ਠੀਕ ਆ। ਮੈਂ ਇਹਨਾਂ ਦੀ ਡਿਟੇਲ 'ਚ ਨਹੀਂ ਜਾਂਦੇ। ਸੋ ਫਿਲਹਾਲ ਅੱਜ ਪ੍ਰੋਡਕਟ ਡਿਜ਼ਾਈਨ ਦੇ ਬਾਰੇ ਡਿਸਕਸ ਕਰਦੇ ਹਾਂ ਕਿ ਇਹਦਾ ਕੀ ਹੈਗਾ। ਸੋ ਇਸ ਤੋਂ ਬਾਅਦ ਅਗਰ ਨੈਕਸਟ ਆਪਾਂ ਗੱਲ ਕਰੀਏ ਕਿ ਵਾਈ ਪਲਾਸਟਿਕ, ਵਾਈ ਵੀ ਯੂਜ਼ ਪਲਾਸਟਿਕ, ਵਾਈ ਵੀ ਪ੍ਰੈਫਰ ਪਲਾਸਟਿਕਸ ਓਵਰ ਮੈਟਲਸ ਔਰ ਵੁੱਡ। ਅਸੀਂ ਕਿਉਂ ਉਹਨਾਂ ਨੂੰ ਪ੍ਰੈਫਰ ਕਰਦੇ ਹਾਂ ਕਿ ਵੁੱਡ ਤੋਂ ਅਤੇ ਮੈਟਲਸ ਤੋਂ ਕਿਉਂ ਅਸੀਂ ਪਲਾਸਟਿਕ ਨੂੰ ਜ਼ਿਆਦਾ ਤਵੱਜੋ ਹੁਣ ਦੇਣ ਲੱਗ ਗਏ ਹਾਂ। ਫਸਟ ਆਫ ਆਲ ਇਹਦਾ ਜਿਹੜਾ ਇਹਨਾਂ ਨੇ ਜਿਹੜਾ ਪੁਆਇੰਟ 'ਚ ਹਾਈਲਾਈਟ ਕੀਤਾ ਹੋਇਆ ਕਿ ਨੋ ਕਰੋਜਨ, ਜੰਗ ਨਹੀਂ ਲੱਗਦਾ ਹੈਗਾ ਸਾਡੀ ਲੱਕੜ ਨੂੰ, ਲੱਕੜ ਕਹਿ ਰਿਹਾ ਆਪਣੇ ਮੈਟਲ ਨੂੰ ਜਿਹੜਾ ਹੈਗਾ ਜੰਗ ਲੱਗਣ ਦਾ ਬੜਾ, ਰਸਟ ਲੱਗਣ ਦਾ ਬੜੇ ਹੁੰਦੇ ਨੇ ਚਾਂਸਿਸ। ਇਸ ਕਰਕੇ ਪਲਾਸਟਿਕ ਨੂੰ ਕੋਈ ਜੰਗ ਨਹੀਂ ਲੱਗਦਾ, ਠੀਕ ਹੈ। ਲਾਈਟ ਇਨ ਵੇਟ ਹੈ, ਹਲਕਾ ਹੈਗਾ। ਗੁੱਡ ਸਟਰੈਂਥ ਟੂ ਵੇਟ ਰੇਸ਼ੋ। ਗੁੱਡ ਸਟਰੈਂਥ ਟੂ ਵੇਟ ਰੇਸ਼ੋ ਦਾ ਮਤਲਬ ਹੁੰਦਾ ਕਿ ਇਹਦੀ ਵੇਟ ਜਿਹੜਾ ਹੈਗਾ ਘੱਟ ਹੋਣ ਦੇ ਬਾਵਜੂਦ ਵੀ ਸਟਰੈਂਥ ਪੂਰੀ ਮੇਨਟੇਨ ਕਰਕੇ ਰੱਖਦਾ। ਉਹਦੀ ਰੇਸ਼ੋ ਜਿਹੜੀ ਹੈਗੀ ਉਹ ਵਧੀਆ ਹੈਗੀ ਆ ਕਿ ਵੇਟ ਘੱਟ ਔਰ ਸਟਰੈਂਥ ਜ਼ਿਆਦਾ। ਸੋ ਇਹੀ ਚੀਜ਼ ਅਗਰ ਆਪਾਂ ਉਹਦੇ ਵਿੱਚ ਗੱਲ ਕਰੀਏ, ਮੈਟਲਸ ਦੇ ਵਿੱਚ ਗੱਲ ਕਰੀਏ ਤਾਂ ਵੇਟ ਜ਼ਿਆਦਾ ਹੋ ਜਾਏਗਾ ਤਾਂ ਹੀ ਤੁਹਾਨੂੰ ਸਟਰੈਂਥ ਜ਼ਿਆਦਾ ਮਿਲੇਗੀ। ਆਪਾਂ ਕਹਿੰਦੇ ਨਾ ਲੋਹਾ ਕਿੰਨਾ ਸਖਤ ਲੋਹਾ ਹੈਗਾ ਕਿਉਂਕਿ ਤਾਂ ਆਪਾਂ ਉਹਦਾ ਵੇਟ ਵੀ ਦੇਖੋ ਜ਼ਿਆਦਾ ਹੋਏਗਾ, ਇਸ ਕਰਕੇ ਉਹ ਹਲਕਾ ਜਿਹੜਾ ਹੋਏਗਾ ਉਹ ਟੁੱਟ ਵੀ ਜਾਂਦਾ ਹੈਗਾ। ਸੋ ਇਸ ਕਰਕੇ ਪਲਾਸਟਿਕ ਦੀ ਇਹ ਵੀ ਖਾਸੀਅਤ ਹੈ ਕਿ ਵੇਟ ਵੀ ਘੱਟ ਅਤੇ ਸਟਰੈਂਥ ਜ਼ਿਆਦਾ। ਸੋ ਇਹ ਇੱਕ ਬੜਾ ਪਲੱਸ ਪੁਆਇੰਟ ਹੈ। ਵੈਰੀ ਕੋਸਟ ਇਫੈਕਟਿਵ, ਕੋਸਟ ਵੀ ਈਜ਼ੀਲੀ ਤੁਹਾਨੂੰ ਬਹੁਤਾ ਐਕਸਪੈਂਸਿਵ ਨਹੀਂ ਹੈਗਾ। ਈਜ਼ੀਲੀ ਅੱਜ ਕੱਲ੍ਹ ਹਰ ਚੀਜ਼ ਪਲਾਸਟਿਕ ਦੀ ਬਣ ਰਹੀ ਆ। ਸੋ ਬਹੁਤ ਕੋਸਟ ਇਫੈਕਟਿਵ ਹੈ, ਸਸਤਾ ਹੀ ਤੁਹਾਨੂੰ ਮਿਲ ਜਾਏਗਾ। ਫਾਸਟ ਪ੍ਰੋਡਕਸ਼ਨ ਬੜੀ ਫਾਸਟ ਹੈ ਲੋਹੇ ਦੇ ਪ੍ਰੋਡਕਟਸ ਨੂੰ ਬਣਾਉਣ ਦੇ ਕੰਪੈਰੀਜ਼ਨ 'ਚ। ਇਹਦੇ ਪ੍ਰੋਡਕਟ ਪਲਾਸਟਿਕ ਦੇ ਬਣਾਉਣੇ ਇੰਜੈਕਸ਼ਨ ਮੋਲਡਿੰਗ ਮਸ਼ੀਨਾਂ ਦੇ ਵਿੱਚ, ਇੰਜੈਕਸ਼ਨ ਮੋਲਡਿੰਗ ਮਸ਼ੀਨਸ ਹੁੰਦੀਆਂ ਨੇ ਜਿਹਦੇ ਵਿੱਚ ਸਾਡੇ ਪਲਾਸਟਿਕ ਪ੍ਰੋਡਕਟਸ ਦੇ ਬਣਦੇ ਜਾਂ ਹੋਰ ਵੀ ਜਿਹੜੀ ਵੀ ਆਪਾਂ ਮਸ਼ੀਨ ਯੂਜ਼ ਕਰ ਰਹੇ ਹਾਂ ਉਹਦੇ ਕੰਪੈਰੀਜ਼ਨ 'ਚ ਸਾਡੀ ਪ੍ਰੋਡਕਸ਼ਨ ਜਿਹੜੀ ਬੜੀ ਫਾਸਟ ਹੈ। ਮੋਰ ਡਿਜ਼ਾਈਨ ਫਰੀਡਮਸ, ਡਿਜ਼ਾਈਨ ਦੀ ਬੜੀ ਫਰੀਡਮ ਹੈ। ਜਿੱਦਾਂ ਦਾ ਡਿਜ਼ਾਈਨ ਅਸੀਂ ਕ੍ਰੀਏਟ ਕਰੀਏ, ਕੁਛ ਮਾਈਨਰ ਚੇਂਜਸ ਕਰ ਸਕਦੇ ਹਾਂ, ਉੱਦਾਂ ਦੀ ਅਸੀਂ ਪ੍ਰੋਡਕਸ਼ਨ ਸ਼ੁਰੂ ਕਰ ਸਕਦੇ ਹਾਂ, ਠੀਕ ਆ। ਗੁੱਡ ਇਲੈਕਟ੍ਰੀਕਲ ਇੰਸੂਲੇਟਰ ਦਾ ਕੰਮ ਕਰਦਾ, ਕੰਡਕਟਰ ਦਾ ਕੰਮ ਨਹੀਂ ਕਰਦਾ। ਇਲੈਕਟ੍ਰੀਕਲ ਕਰੰਟ ਵਗੈਰਾ ਨੂੰ ਪਾਸ ਨਹੀਂ ਹੋਣ ਦਿੰਦਾ, ਉਹਨੂੰ ਰੋਕ ਕੇ ਰੱਖਦਾ। ਇਸੇ ਕਰਕੇ ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਕਿ ਪਲਾਸਟਿਕ ਹਰ ਚੀਜ਼ ਜਿਹੜੀ ਹੈ ਸਾਡੀ, ਆਪਾਂ ਅਗਰ ਆਪਾਂ ਸਕਰੂ ਡਰਾਈਵਰ ਵਗੈਰਾ ਯੂਜ਼ ਕਰਦੇ ਹਾਂ ਉਹਦਾ ਜਿਹੜਾ ਹੈਂਡਲ ਹੈਗਾ ਉੱਪਰ ਉਹ ਪਲਾਸਟਿਕ ਦਾ ਬਣਿਆ ਹੁੰਦਾ, ਠੀਕ ਆ। ਟੈਸਟ ਪੈਨਸ ਵਗੈਰਾ ਸਾਰਾ ਇਹੋ ਜਿਹੀਆਂ ਚੀਜ਼ਾਂ ਜਿਹਦੇ ਵਿੱਚ ਸਾਨੂੰ ਬੈਰੀਅਰ, ਇਲੈਕਟ੍ਰੀਕਲ ਬੈਰੀਅਰ ਪ੍ਰੋਪਰਟੀਜ਼ ਚਾਹੀਦੀਆਂ ਹੋਣ। ਅਵੇਲੇਬਲ ਇਨ ਵਾਈਡ ਰੇਂਜ ਆਫ ਕਲਰ,
ਡਾਈਜ਼ ਪਿਗਮੈਂਟਸ ਆਪਾਂ ਮਟੀਰੀਅਲ ਦੇ ਵਿੱਚ ਪਾ ਕੇ ਆਪਾਂ ਜਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਹਜ਼ਾਰਾਂ ਤਰ੍ਹਾਂ ਦੇ ਜਿੱਦਾਂ ਦਾ ਸਾਨੂੰ ਕਲਰ ਚਾਹੀਦਾ ਆਪਾਂ ਉੱਦਾਂ ਦਾ ਕ੍ਰੀਏਟ ਕਰ ਸਕਦੇ ਹਾਂ ਪਲਾਸਟਿਕ ਦੇ ਵਿੱਚ। ਕੁਛ ਲਿਮਿਟੇਸ਼ਨਸ ਵੀ ਦਿੱਤੀਆਂ ਹੋਈਆਂ, ਕੁਛ ਡਿਸਐਡਵਾਂਟੇਜ ਵੀ ਹੈ। ਸਟਰੈਂਥ, ਸਰਫੇਸ ਹਾਰਡਨੈਸ, ਰੈਜ਼ਿਸਟੈਂਸ ਇਹਦੇ ਵਿੱਚ ਦਿੱਤਾ। ਆਊਟਡੋਰ ਵੈਦਰਿੰਗ, ਬਾਹਰ ਪਿਆ ਰਵੇ ਪਲਾਸਟਿਕ ਦਾ ਪਾਰਟ ਸਾਡਾ ਧੁੱਪ ਦੇ ਵਿੱਚ, ਅਤੇ ਉਹਦੀ ਵੈਦਰਿੰਗ ਹੋ ਜਾਂਦੀ, ਉਹ ਖ਼ਰਾਬ ਹੋ ਜਾਂਦਾ, ਡੀਗ੍ਰੇਡ ਹੋ ਜਾਂਦਾ ਸਮਾਂ ਪਾ ਕੇ। ਸੋ ਫਲੇਮੇਬਿਲਿਟੀ, ਅੱਗ ਵੀ ਲੱਗ ਸਕਦੀ ਹੈ ਇਹਨੂੰ। ਥਰਮਲ ਐਕਸਪੈਂਸ਼ਨ ਵੀ ਹੁੰਦੀ ਹੈ ਇਹਦੀ ਪਲਾਸਟਿਕ ਦੀ ਧੁੱਪ ਦੇ ਵਿੱਚ, ਜਾਂ ਕਹਿ ਸਕਦੇ ਹੋ ਗਰਮੀ ਅਤੇ ਸਰਦੀ ਦੇ ਵਿੱਚ ਇਹਦੀ ਡਿਮੈਂਸ਼ਨਸ 'ਚ ਫ਼ਰਕ ਪੈਂਦਾ। ਓਰੀਐਂਟੇਸ਼ਨ, ਟੈਂਪਰੇਚਰ, ਰੈਜ਼ਿਸਟੈਂਸ, ਸੋ ਇਹ ਕੁਛ ਚੀਜ਼ਾਂ ਇਹਨਾਂ ਨੇ ਡਿਸਐਡਵਾਂਟੇਜ 'ਚ ਲਿਖੀਆਂ ਹੋਈਆਂ। ਪਲਾਸਟਿਕ ਪ੍ਰੋਡਕਟ ਡਿਜ਼ਾਈਨਰ ਰਿਕੁਆਇਰਮੈਂਟਸ ਦੀ ਅਗਰ ਆਪਾਂ ਗੱਲ ਕਰੀਏ ਕਿ ਉਹਨੂੰ ਕੀ ਅਗਰ ਤਾਂ ਕੋਈ ਐਕਸਪੀਰੀਅੰਸ ਡਿਜ਼ਾਈਨਰ ਹੋਏਗਾ ਉਹਨੂੰ ਤਾਂ ਉਹ ਤਾਂ ਪਲਾਸਟਿਕ ਪ੍ਰੋਡਕਟ ਫੜ ਕੇ ਦੱਸ ਦੇਗਾ ਕਿ ਇਹਦੇ ਵਿੱਚ ਕਿਹੜਾ ਮਟੀਰੀਅਲ ਪਿਆ ਹੋਇਆ, ਠੀਕ ਹੈ, ਕਿਹੜੇ ਪ੍ਰੋਸੈਸ 'ਚ ਬਣਿਆ ਹੋਇਆ, ਕਿਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ, ਕਿੰਨੀ ਕੁ ਟੋਲਰੈਂਸ 'ਚ ਬਣਿਆ ਹੋਇਆ। ਬਟ ਕਿਹੜਾ ਨਵਾਂ ਡਿਜ਼ਾਈਨਰ ਹੋਏਗਾ ਉਹਨੂੰ ਕੁਛ ਚੀਜ਼ਾਂ ਹੈਗੀਆਂ ਨੇ, ਕੁਛ ਐਬਰੀਵੇਸ਼ਨਸ ਹੈਗੀਆਂ ਨੇ ਜਿਹੜੀ ਕਿ ਉਹਨੂੰ ਟੈਕਨੀਕਲ ਐਬਰੀਵੇਸ਼ਨ ਬੋਲ ਸਕਦੇ ਹੋ, ਜਿਹੜੀ ਕਿ ਉਹਨੂੰ ਮਾਈਂਡ ਦੇ ਵਿੱਚ ਰੱਖਣੀ ਪਏਗੀ ਬਿਫੋਰ ਡਿਜ਼ਾਈਨਿੰਗ ਏ ਪ੍ਰੋਡਕਟ, ਠੀਕ ਹੈ। ਸੋ ਇਹ ਕੁਛ ਟੈਕਨੀਕਲ ਐਬਰੀਵੇਸ਼ਨ ਦਾ ਮਤਲਬ ਇਹ ਆ ਕਿ ਉਹਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕੁਛ ਪ੍ਰੋਡਕਟ ਡਿਜ਼ਾਈਨ ਕਰਨ ਦੇ ਟਾਈਮ 'ਤੇ ਕਿ ਇਹ ਚੀਜ਼ਾਂ ਕੀ ਹੁੰਦੀਆਂ ਨੇ। ਸੋ ਫਸਟ ਆਫ ਆਲ ਸਾਊਂਡ ਜੱਜਮੈਂਟ ਐਂਡ ਐਕਸਪੀਰੀਅੰਸ, ਠੀਕ ਆ। ਡਿਜ਼ਾਈਨਰ ਮਸਟ ਹੈਵ ਸਾਊਂਡ ਜੱਜਮੈਂਟ, ਉਹਦੀ ਜੱਜਮੈਂਟਲ ਜਿਹੜੀ ਆ ਉਹ ਬੜੀ ਸਟਰੋਂਗ ਸਾਊਂਡ ਹੋਣੀ ਚਾਹੀਦੀ ਹੈ। ਐਂਡ ਐਕਸਪੀਰੀਅੰਸ ਉਹਨੂੰ ਉਸ ਫੀਲਡ 'ਚ ਕਾਫੀ ਹੋਣਾ ਚਾਹੀਦਾ ਤਾਂ ਕਿ ਉਹ ਦੱਸ ਸਕੇ ਕਿ ਇਸ ਜਗ੍ਹਾ ਦੇ ਵਿੱਚ ਇਸ ਤਰ੍ਹਾਂ ਦਾ ਕੰਪੋਨੈਂਟ ਹੈ, ਜਿੱਦਾਂ ਦਾ ਵੀ ਕੰਪੋਨੈਂਟ ਨੂੰ ਅਵੇਲੇਬਲ ਹੋਏਗਾ ਕਿਹੋ ਜਿਹਾ ਤਿਆਰ ਕਰਨਾ ਹੈਗਾ, ਉਹ ਦੱਸ ਸਕਦੇ ਕਿੱਥੇ ਸਟ੍ਰੈਸ ਕ੍ਰੀਏਟ ਹੁੰਦਾ। ਸੋ ਅਸੀਂ ਇੱਥੇ ਗੇਟ ਦੀ ਸਾਈਜ਼ ਲਗਾਉਂਦੇ ਹਾਂ ਜਿੱਥੋਂ ਮਟੀਰੀਅਲ ਫਿਲ ਕਰਾਉਣਾ, ਜਾਂ ਇੱਥੇ ਆਪਾਂ ਇੰਨੀ ਥਿਕਨੈਸ ਰੱਖੀਏ ਕਿ ਮਟੀਰੀਅਲ ਸਾਡਾ ਕੰਪੋਨੈਂਟ ਟੁੱਟੇ ਨਾ। ਸੋ ਇਹ ਚੀਜ਼ਾਂ ਦਾ ਜਿਹੜਾ ਹੈ ਉਹ ਇੱਕ ਐਕਸਪੀਰੀਅੰਸ ਡਿਜ਼ਾਈਨਰ ਨੂੰ ਪਤਾ ਹੋਣਾ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਹੜਾ ਪਲਾਸਟਿਕ ਮਟੀਰੀਅਲ ਯੂਜ਼ ਕਰ ਰਹੇ, ਤੇ ਉਹਦੀਆਂ ਪ੍ਰੋਪਰਟੀਜ਼ ਕੀ ਆ। ਪੋਲੀਕਾਰਬੋਨੇਟ ਯੂਜ਼ ਕਰ ਰਹੇ ਹਾਂ, ਪੋਲੀਪ੍ਰੋਪਲੀਨ ਯੂਜ਼ ਕਰ ਰਹੇ ਹਾਂ, ABS ਯੂਜ਼ ਕਰ ਰਹੇ ਹਾਂ, ਕਿਹੜਾ ਮਟੀਰੀਅਲ ਕਿੱਥੇ ਯੂਜ਼ ਹੁੰਦਾ, ਹਾਊਸ ਹੋਲਡ ਆਈਟਮਸ 'ਚ ਕਿਹੜਾ ਹੁੰਦਾ, ਇੰਡਸਟਰੀਅਲ ਆਈਟਮਸ ਦੇ ਵਿੱਚ ਜਿਹੜੀਆਂ ਯੂਜ਼ ਕਰਨ ਵਾਲੀਆਂ ਹੁੰਦੀਆਂ ਉੱਥੇ ਕਿਹੜਾ ਹੁੰਦਾ। ਸੋ ਵੇਰੀਅਸ ਮੋਲਡਿੰਗ ਪ੍ਰੋਸੈਸਿਸ ਬਾਰੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਮੋਲਡਿੰਗ ਪ੍ਰੋਸੈਸ ਆ। ਇੰਜੈਕਸ਼ਨ ਮੋਲਡਿੰਗ ਨਾਲ ਪ੍ਰੋਡਕਟ ਬਣਿਆ ਹੈਗਾ, ਠੀਕ ਆ, ਜਾਂ ਉਹ ਟਰਾਂਸਫਰ ਮੋਲਡਿੰਗ ਨਾਲ ਬਣਿਆ, ਜਾਂ ਕੰਪਰੈਸ਼ਨ ਨਾਲ ਬਣਿਆ ਹੈਗਾ, ਬਲੋ ਨਾਲ ਬਣਿਆ ਹੋਇਆ, ਰੋਟੇਸ਼ਨਲ ਨਾਲ ਬਣਿਆ ਹੋਇਆ, ਥਰਮੋਫਾਰਮਿੰਗ ਨਾਲ ਬਣਿਆ ਹੋਇਆ। ਇਸ ਚੀਜ਼ਾਂ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਕਿ ਇਸ ਕੰਪੋਨੈਂਟ ਨੂੰ ਕਿਸ ਪ੍ਰੋਸੈਸ ਨਾਲ ਬਣਾਇਆ ਗਿਆ ਹੈਗਾ ਜਾਂ ਬਣੇਗਾ, ਠੀਕ ਆ। ਪੋਸਟ ਮੋਲਡਿੰਗ ਪ੍ਰੋਸੀਜਰਸ, ਆਫਟਰ ਕ੍ਰੀਏਟਿੰਗ ਇਹ ਕੰਪੋਨੈਂਟ, ਜਦੋਂ ਤੁਸੀਂ ਮੈਨੂਫੈਕਚਰ ਕਰ ਲੈਣਾ ਉਹਨੂੰ ਕੰਪੋਨੈਂਟ ਨੂੰ, ਤਾਂ ਉਸ ਤੋਂ ਬਾਅਦ ਉਹਦੇ 'ਤੇ ਤੁਸੀਂ ਕੁਛ ਪੋਸਟ ਮੋਲਡਿੰਗ ਪ੍ਰੋਸੀਜਰਸ ਲਾਣੇ ਆ। ਉਹਦੇ ਉੱਪਰ ਕੋਈ ਟੈਕਸਚਰ ਵਗੈਰਾ, ਕੋਈ ਡਰਿਲ ਵਗੈਰਾ ਵੀ ਕਈ ਵਾਰੀ ਆਪਾਂ ਯੂਜ਼ ਕਰ ਲੈਂਦੇ ਹਾਂ ਪ੍ਰੋਡਕਟਸ ਦੇ ਵਿੱਚ। ਅਗਰ ਆਪਾਂ ਉਹਨੂੰ ਅਸੈਂਬਲ ਕਰਨਾ ਹੋਵੇ ਤਾਂ ਬਾਅਦ ਦੇ ਵਿੱਚ ਡਰਿਲਿੰਗ ਕਰ ਲੈਂਦੇ ਹਾਂ। ਸੋ ਕਈ ਵਾਰੀ ਕੁਛ ਸਾਨੂੰ ਆਪਰੇਸ਼ਨਸ ਕਰਨੇ ਪੈਂਦੇ ਆਫਟਰ ਮੋਲਡਿੰਗ। ਸੋ ਇਹ ਚੀਜ਼ ਹੈ ਕਿ ਕੁਛ ਇਹਦੇ ਬਾਰੇ ਵੀ ਇਹਨੂੰ ਪਤਾ ਹੋਣਾ ਚਾਹੀਦਾ। ਇਨਫੋਰਮੇਸ਼ਨ ਆਫ ਕੀ ਡਿਜ਼ਾਈਨ ਏਰੀਆਜ਼, ਸਾਰੇ ਡਿਜ਼ਾਈਨ ਏਰੀਆਜ਼ ਦੇ ਬਾਰੇ ਇਹਨੂੰ ਪਤਾ ਹੋਣਾ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਕਿਹੜਾ ਸੋਫਟਵੇਅਰ ਇਹਦੇ ਵਾਸਤੇ, ਇਸ ਕੰਪੋਨੈਂਟ ਨੂੰ ਬਣਾਉਣ ਕਿਹੜਾ ਸੋਫਟਵੇਅਰ ਜਿਹੜਾ ਹੈਗਾ ਉਹ ਬਿਲਕੁਲ ਪਰਫੈਕਟ ਹੈ, ਕਿਹੜਾ ਐਡੀਕੁਏਟ ਹੈ, ਕਿਹੜਾ ਅੱਜ ਕੱਲ੍ਹ ਲੇਟੈਸਟ ਮਾਰਕੀਟ ਦੇ ਵਿੱਚ ਸੋਫਟਵੇਅਰ ਚੱਲ ਰਹੇ ਆ, ਠੀਕ ਹੈ। ਸਾਰਿਆਂ ਨੂੰ ਉਸ ਕਮਾਂਡਸ, ਉਹਦੇ ਸੋਫਟਵੇਅਰ ਦੀਆਂ ਕਮਾਂਡਸ ਬਾਰੇ ਪਤਾ ਹੋਣਾ ਚਾਹੀਦਾ। ਸੋ ਅਗਰ ਆਪਾਂ ਕੀ ਡਿਜ਼ਾਈਨ ਏਰੀਆਜ਼ ਦੀ ਗੱਲ ਕਰੀਏ, ਮੈਂ ਤੁਹਾਨੂੰ ਦੱਸਿਆ ਸੀ ਕੁਛ ਐਬਰੀਵੇਸ਼ਨ ਹੈ, ਕੁਛ ਟਰਮਸ ਨੇ ਜਿਹੜਾ ਕਿ ਪਤਾ ਹੋਣਾ ਚਾਹੀਦਾ। ਲੇਟਰ ਅਸੀਂ ਸਾਰੀ ਟਰਮਸ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਡਿਟੇਲ ਦੇ ਵਿੱਚ। ਸੋ ਸ਼ੋਰਟ ਦੇ ਵਿੱਚ ਦੱਸ ਦੇਵਾਂ ਕਿ ਵਾਲ ਥਿਕਨੈਸ ਦਾ ਮਤਲਬ ਹੈ ਕੋਈ ਵੀ ਪਲਾਸਟਿਕ ਦਾ ਪ੍ਰੋਡਕਟ ਉਹ ਕਿੰਨਾ ਮੋਟਾ, ਠੀਕ ਹੈ, ਉਹਦੀ ਮੋਟਾਈ ਕੀ ਹੈ ਪ੍ਰੋਡਕਟ ਦੀ। ਹਰੇਕ ਪਲਾਸਟਿਕ ਮਟੀਰੀਅਲ ਵਾਸਤੇ ਕੁਛ ਮਿਨੀਮਮ ਕੁਛ ਮੈਕਸੀਮਮ ਵਾਲ ਥਿਕਨੈਸ ਹੁੰਦੀ ਹੈ, ਔਰ ਐਵਰੇਜ ਵਾਲ ਥਿਕਨੈਸ ਅਸੀਂ ਨੋਰਮਲ ਰੱਖਦੇ ਹਾਂ। ਜਿੱਦਾਂ ਪੋਲੀਪ੍ਰੋਪਲੀਨ ਦੀ 2 mm ਅਸੀਂ ਐਵਰੇਜ ਵਾਲ ਥਿਕਨੈਸ ਰੱਖਦੇ ਹਾਂ। ਰਿਬਸ ਐਂਡ ਬੋਸਿਸ, ਰਿਬਸ ਜਿਹੜੀਆਂ ਹੁੰਦੀਆਂ ਉਹ ਸਟਰੈਂਥ ਦਿੰਦੀਆਂ ਨੇ ਇੱਕ ਪਲਾਸਟਿਕ ਪ੍ਰੋਡਕਟ ਦੇ ਕੰਪੋਨੈਂਟ ਨੂੰ। ਮਤਲਬ 2 ਵਾਲਸ ਦੇ ਵਿੱਚ ਅਸੀਂ ਸੈਂਟਰ ਦੇ ਵਿੱਚ ਇੱਕ ਰਿਬ ਅਗਰ ਅਸੀਂ ਲਗਾ ਦਿੰਦੇ ਹਾਂ, ਨੈਕਸਟ ਮੈਂ ਤੁਹਾਨੂੰ ਦਿਖਾਊਂਗਾ ਦੀ ਫਿਗਰਸ ਦੇ ਵਿੱਚ ਰਿਬਸ ਕਿੱਦਾਂ ਦੀਆਂ ਹੁੰਦੀਆਂ ਨੇ। ਅਤੇ ਮੇਨਲੀ ਮੈਂ ਦੱਸਦਾ ਕਿ ਰਿਬਸ ਜਿਹੜੀ ਹੁੰਦਾ ਸਟਰੈਂਥ ਪ੍ਰੋਵਾਈਡ ਕਰਨ ਵਾਸਤੇ ਹੁੰਦੀ ਹੈ। ਅਤੇ ਬੋਸਿਸ ਜਿਹੜੀ ਹੁੰਦੀਆਂ ਨੇ ਉਹ 2 ਪ੍ਰੋਡਕਟਸ ਨੂੰ ਅਗਰ ਅਸੈਂਬਲ ਕਰਨਾ ਹੋਵੇ, ਤੁਸੀਂ ਕਈ ਵਾਰ ਅਕਸਰ ਖਿਲੌਣਿਆਂ ਦੇਖਿਆ ਹੋਏਗਾ, ਜਿਹੜੇ ਖਿਲੌਣੇ ਹੁੰਦੇ ਨੇ ਉਹ ਇੱਕ ਪ੍ਰੋਡਕਟ ਅਲੱਗ ਹੁੰਦਾ, ਦੂਜਾ ਪ੍ਰੋਡਕਟ ਹੁੰਦਾ। ਬਾਅਦ ਦੇ ਵਿੱਚ ਜਿੱਥੇ ਅਸੀਂ ਉਹਨਾਂ ਦੇ ਸਕਰੂ ਲਗਾਉਂਦੇ ਹਾਂ ਉਹ ਜਗ੍ਹਾ ਬਾਹਰ ਨੂੰ ਪ੍ਰੋਜੈਕਟ ਕੀਤੀ ਹੁੰਦੀ ਆ, ਰਾਊਂਡ ਜੀਆਂ, ਉਹਨੂੰ ਆਪਾਂ ਬੋਸਿਸ ਬੋਲ ਦਿੰਦੇ ਹਾਂ। ਜਿੱਥੇ ਅਸੀਂ ਸਕਰੂ ਲਗਾ ਕੇ ਅਟੈਚ ਕਰਨੇ ਆ ਨਾ, ਰਾਊਂਡ ਜਿਹੇ ਹੁੰਦੇ ਆ, ਅਤੇ ਜਿੱਥੋਂ ਆਪਾਂ ਅਸੈਂਬਲ ਕਰਨਾ ਹੁੰਦਾ। ਸੋ ਬੋਸਿਸ ਆਰ ਮੇਨਲੀ ਯੂਜ਼ ਫਾਰ ਅਸੈਂਬਲਿੰਗ ਏ ਪਲਾਸਟਿਕ ਪ੍ਰੋਡਕਟਸ।
ਅਗਰ ਟੇਪਰ ਡਰਾਫਟ ਦੀ ਗੱਲ ਕਰੀਏ ਤਾਂ ਪਲਾਸਟਿਕ ਦੇ ਪ੍ਰੋਡਕਟਸ ਨੂੰ ਆਪਾਂ ਵਿੱਚ ਟੇਪਰ ਅਤੇ ਡਰਾਫਟ ਐਂਗਲ ਦੇਣਾ ਹੁੰਦਾ। ਡਰਾਫਟ ਐਂਗਲ ਦਾ ਮਤਲਬ ਹੈਗਾ ਕਿ ਜਦੋਂ ਪਲਾਸਟਿਕ ਦਾ ਪ੍ਰੋਡਕਟ ਕ੍ਰੀਏਟ ਹੋ ਜਾਂਦਾ ਤਿਆਰ ਹੋ ਜਾਂਦਾ ਮੋਲਡ ਦੇ ਵਿੱਚ, ਦੈਨ ਉਹਨੂੰ ਇਜੈਕਟ ਕਰਨਾ ਹੁੰਦਾ। ਅਗਰ ਡਰਾਫਟ ਐਂਗਲ ਪ੍ਰੋਪਰ ਨਹੀਂ ਹੋਏਗਾ ਤਾਂ ਉੱਥੇ ਫਸ ਜਾਏਗਾ। ਸੋ ਈਜ਼ੀਲੀ ਵਿਡਰਾਅ ਹੋ ਜੇ ਮੋਲਡ ਦੇ ਵਿੱਚੋਂ ਕੰਪੋਨੈਂਟ ਸਾਡਾ ਪਲਾਸਟਿਕ ਦਾ, ਉਹਦੇ ਵਾਸਤੇ ਅਸੀਂ ਡਰਾਫਟ ਐਂਗਲ ਡਰਾਫਟਸ ਅਸੀਂ ਦੇਣਾ, ਟੇਪਰ ਡਰਾਫਟਸ ਦੇਣੇ ਆ। 2 ਤੋਂ 4 ਡਿਗਰੀ ਅਸੀਂ ਨੋਰਮਲ ਦਿੰਦੇ ਹਾਂ। ਅੰਡਰਕਟਸ ਉਹ ਪ੍ਰੋਜੈਕਸ਼ਨ ਹੈਗੀਆਂ ਨੇ ਜਿਹੜੀਆਂ ਕਿ ਮੋਲਡ ਨੂੰ ਕੰਪੋਨੈਂਟ ਨੂੰ ਮੋਲਡ ਦੇ ਵਿੱਚੋਂ ਬਾਹਰ ਨਿਕਲਣ ਤੋਂ ਰੋਕਦੀਆਂ ਨੇ। So undercuts are those projections which restricts the component to eject out of mold. Plastic fasteners ਦਾ ਮਤਲਬ ਹੁੰਦਾ ਕਿ ਪਲਾਸਟਿਕ ਦੇ ਜਿਹੜੇ ਹੁੰਦੇ ਆ ਸਾਡੇ ਸਕਰੂਜ਼ ਹੋ ਗਏ, ਜਾਂ ਆਪਾਂ ਕਹਿ ਸਕਦੇ ਹੋ ਕਿ ਟਾਈਟ ਕਰਨ ਵਾਸਤੇ 2 ਪਾਰਟਸ ਨੂੰ ਅਸੈਂਬਲੈਂਸ ਨੂੰ ਪਲਾਸਟਿਕ ਦੇ ਵੀ ਅਸੀਂ ਕਈ ਵਾਰੀ ਯੂਜ਼ ਕਰਦੇ ਹਾਂ। ਦੇਖਿਆ ਹੋਏਗਾ ਤੁਸੀਂ ਕਿ ਹਮੇਸ਼ਾ ਅਸੀਂ ਮੈਟਲਸ ਦੇ ਇਹਦੇ ਯੂਜ਼ ਨਹੀਂ ਕਰਦੇ ਹੈਗੇ, ਠੀਕ ਹੈ ਨਾ। ਨਟ ਬੋਲਟ ਹੈਗਾ ਉਹ ਪਲਾਸਟਿਕ ਦੇ ਫਾਸਟਨਰਸ ਅਸੀਂ ਕਈ ਵਾਰੀ ਯੂਜ਼ ਕਰਨਾ। ਫਾਸਟਨਰ ਦਾ ਮਤਲਬ ਹੁੰਦਾ ਕਿ ਜਿਹੜੀਆਂ ਨਟ ਬੋਲਟ ਆਪਾਂ ਉਹਨਾਂ ਨੂੰ ਫਾਸਟਨਰਸ ਬੋਲ ਦਿੰਦੇ ਹਾਂ। ਇਜੈਕਟਰ ਮਕੈਨਿਜ਼ਮ, ਆਪਾਂ ਕਿਹੜਾ ਇਜੈਕਟਰ ਪ੍ਰੋਸੈਸ ਯੂਜ਼ ਕਰ ਰਹੇ ਹਾਂ। ਕੰਪੋਨੈਂਟ ਜਦੋਂ ਅੰਦਰ ਸੋਲਿਡੀਫਾਈ ਹੋ ਜਾਂਦਾ ਮੋਲਡ ਦੇ ਅੰਦਰ, ਤਾਂ ਆਪਾਂ ਉਹਨੂੰ ਬਾਹਰ ਕੱਢਣਾ ਹੁੰਦਾ। ਡਿਪੈਂਡ ਅਪੋਨ ਕੰਪੋਨੈਂਟ ਦੀ ਪ੍ਰੋਫਾਈਲ ਕਿੱਦਾਂ ਦੀ, ਆਪਾਂ ਉੱਤੇ ਇਜੈਕਟਰ ਮਕੈਨਿਜ਼ਮ ਯੂਜ਼ ਕਰਦੇ ਹਾਂ। ਕਿਹੜੀ ਇਜੈਕਟਰ ਤਕਨੀਕ ਨਾਲ ਅਸੀਂ ਉਹਨੂੰ ਬਾਹਰ ਕੱਢ ਰਹੇ ਹਾਂ, ਦੈਟ ਇਜ਼ ਮੋਰ ਇੰਪੋਰਟੈਂਟ। ਸੋ ਇਜੈਕਟਰ ਮਕੈਨਿਜ਼ਮ, ਪਿਨ ਇਜੈਕਟਰ ਯੂਜ਼ ਕਰ ਰਹੇ ਹੋ, ਸਲੀਵ ਇਜੈਕਟਰ ਯੂਜ਼ ਕਰ ਰਹੇ ਹੋ, ਸਟਿਪਰ ਪਲੇਟ ਕਰ ਰਹੇ ਹੋ, ਰਿੰਗ ਕਰ ਰਹੇ ਹੋ, ਵਾਲਵ ਕਰ ਰਹੇ ਹੋ, ਦੈਟ ਡਿਪੈਂਡਸ। ਟੋਲਰੈਂਸ ਦਾ ਮਤਲਬ ਹੁੰਦਾ ਕਿ ਹਰ ਇੱਕ ਪਾਰਟ ਜਿਹੜਾ ਹੈਗਾ ਤੁਹਾਡਾ ਪਰਫੈਕਟਲੀ ਕਦੀ ਵੀ ਨਹੀਂ ਕਿਸੇ ਕੋਲ ਬਣਦਾ। ਹਮੇਸ਼ਾ ਉਹਦੇ ਵਿੱਚ ਕੁਛ ਨਾ ਕੁਛ ਬਣਾਉਣ ਦੇ ਵਿੱਚ ਮੈਨੂਫੈਕਚਰਿੰਗ ਦੇ ਦੌਰਾਨ ਕੋਈ ਕਮੀਆਂ ਰਹਿ ਜਾਂਦੀਆਂ। ਜਿਵੇਂ ਮੰਨ ਲਓ ਕਿ ਇਹ ਪ੍ਰੋਡਕਟ ਦੀ ਲੈਂਥ ਹੈਗੀ ਹੈ 50 mm, ਅਤੇ ਜਿਹੜਾ 50 mm ਹੈਗਾ ਉਹਦੇ ਕੋਲ 50.1 ਜਾਂ 49.9 ਇੱਦਾਂ ਦਾ ਕੁਛ ਡਿਮੈਂਸ਼ਨ ਹਮੇਸ਼ਾ ਰਹਿ ਜਾਂਦੀ ਆ। ਸੋ ਇਸ ਬਾਰੇ ਜਦੋਂ ਵੀ ਅਸੀਂ ਪਲਾਸਟਿਕ ਦਾ ਪ੍ਰੋਡਕਟ ਤਿਆਰ ਕਰਨਾ ਹੁੰਦਾ ਉਹਨੂੰ ਕੁਛ ਟੋਲਰੈਂਸ ਦੇ ਦਿੰਦੇ ਹਾਂ ਕਿ ਅਗਰ 1 mm ਦੀ ਟੋਲਰੈਂਸ ਦੇ ਦਿੱਤੀ ਕਿ 50 mm ਅਗਰ ਲੈਂਥ ਹੈਗੀ ਹੈ ਤਾਂ 1 mm ਪਲੱਸ ਮਾਈਨਸ 'ਚ ਚੱਲ ਪਊਗਾ। ਮਤਲਬ ਅਗਰ 49 ਵੀ ਹੋਏਗਾ ਸਾਈਜ਼ ਉਹਦਾ ਤਾਂ ਤਾਂ ਵੀ ਚੱਲ ਪਊਗਾ, 51 ਵੀ ਹੋਏਗਾ ਤਾਂ ਵੀ ਚੱਲ ਪਊਗਾ। ਦੈਟ ਇਜ਼ ਟੋਲਰੈਂਸ, ਕਿ ਤੁਸੀਂ ਟੋਲਰੈਂਸ ਕਿੰਨੀ ਕੁ ਦੇ ਰਹੇ ਹੋ। ਟੋਲਰੈਂਸ 'ਤੇ ਬਹੁਤ ਡਿਪੈਂਡ ਕਰਦਾ ਪ੍ਰੋਡਕਟ। ਅਗਰ ਟੋਲਰੈਂਸ ਕਈ ਵਾਰੀ ਅਸੀਂ ਦੇਖਿਆ ਹੋਏਗਾ ਤੁਸੀਂ ਕਿ ਜਿਹੜੇ ਹਲਕੇ ਪ੍ਰੋਡਕਟ ਹੁੰਦੇ ਉਹਨਾਂ 'ਤੇ ਟੋਲਰੈਂਸ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ ਵਧੀਆ ਮਸ਼ੀਨਸ 'ਤੇ ਨਹੀਂ ਬਣੇ ਹੁੰਦੇ, ਵਧੀਆ ਮੋਲਡਸ 'ਚ ਨਹੀਂ ਬਣੇ ਹੁੰਦੇ। ਸੋ ਜਦੋਂ ਵਧੀਆ ਮੋਲਡਸ ਵਿੱਚ ਨਹੀਂ ਬਣੇ ਹੁੰਦੇ, ਕਿਉਂਕਿ ਉਹਨਾਂ 'ਤੇ ਵਧੀਆ ਮਸ਼ੀਨਾਂ ਨਹੀਂ ਯੂਜ਼ ਕੀਤੀਆਂ ਹੁੰਦੀਆਂ ਉਹਨਾਂ ਨੂੰ ਮੈਨੂਫੈਕਚਰ ਕਰਨ, ਮੋਲਡ ਨੂੰ ਮੈਨੂਫੈਕਚਰ ਕਰਨ ਦੇ ਦੌਰਾਨ। ਸੋ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਲਿੰਕਡ ਆ। ਵਧੀਆ ਮਸ਼ੀਨਸ ਨਹੀਂ ਯੂਜ਼ ਕੀਤੀਆਂ, ਵਧੀਆ ਮੋਲਡ ਨਹੀਂ ਬਣਿਆ। ਵਧੀਆ ਮੋਲਡ ਨਹੀਂ ਬਣਿਆ ਜਦੋਂ ਤੁਸੀਂ ਉਹਦੇ 'ਚ ਮਟੀਰੀਅਲ ਵਿੱਚ ਫਲੋ ਕਰਵਾ ਰਹੇ ਹੋ, ਅਤੇ ਕਦੀ ਮਟੀਰੀਅਲਸ ਜਿਹਦੀ ਸਾਈਜ਼ ਕੰਪੋਨੈਂਟ ਦਾ 51 'ਤੇ ਪਹੁੰਚ ਜਾਂਦਾ, ਕਦੀ 48, ਕਦੀ 49, ਕਦੀ 52। ਸੋ ਬੜੀ ਵੇਰੀਏਸ਼ਨ ਹੁੰਦੀ ਹੈ। ਇਸੇ ਚੀਜ਼ ਇਹੀ ਗੱਲ ਹੈਗੀ ਹੈ ਕਿ ਜਿਹੜੇ ਹਲਕੇ ਪ੍ਰੋਡਕਟਸ ਸਾਨੂੰ ਮਾਰਕੀਟ ਤੋਂ ਰੇਹੜੀਆਂ ਤੋਂ ਮਿਲ ਜਾਂਦੇ ਨੇ ਪਲਾਸਟਿਕ ਦੇ, ਅਤੇ ਉਹਦੇ ਵਿੱਚ ਜਦੋਂ ਆਪਾਂ ਉਹਨੂੰ ਅਸੈਂਬਲ ਕਰਦੇ ਹਾਂ ਜਾਂ ਆਪਾਂ ਉਹਨੂੰ ਦੇਖਿਆ ਹੋਏਗਾ ਕਿ ਇੱਕ ਪ੍ਰੋਡਕਟ ਦੂਜੇ ਨਾਲੋਂ ਕਿੰਨਾ ਕਈ ਵਾਰੀ ਬਾਹਰ ਹੁੰਦਾ, ਆਊਟ ਸਾਈਜ਼ ਹੁੰਦਾ, ਕਿੰਨੀ ਫਲੈਸ਼ ਆਈ ਹੁੰਦੀ ਆ, ਹੈ ਨਾ, ਇਹ ਚੀਜ਼ਾਂ ਦਾ ਹੁੰਦਾ। ਸੋ ਟੋਲਰੈਂਸ ਵੀ ਇੱਕ ਬੜੀ ਇੰਪੋਰਟੈਂਟ ਚੀਜ਼ ਆ। ਥਰੈਡਸ ਜਿਹੜੇ ਹੁੰਦੇ ਨੇ ਕਿ ਜਦੋਂ ਆਪਾਂ ਕੋਈ ਪਲਾਸਟਿਕ ਦੇ ਪ੍ਰੋਡਕਟਸ ਦੇ ਅੰਦਰ ਚੂੜੀ ਪਈ ਹੁੰਦੀ ਹੈ, ਚੂੜੀ ਸਮਝਦਾ ਨਾ, ਥਰੈਡ ਪਏ ਹੁੰਦੇ ਆ ਰਾਊਂਡ, ਜਿਹਦੇ ਵਿੱਚ ਅਸੀਂ ਨਟ ਬੋਲਟ ਪਾ ਕੇ ਅਤੇ ਆਪਾਂ ਉਹਨੂੰ ਟਾਈਟ ਕਰ ਸਕੀਏ। ਸੋ ਥਰੈਡਸ ਦਾ ਮਤਲਬ ਹੁੰਦਾ ਕਿ ਅਗਰ ਤੁਸੀਂ ਜਿੱਦਾਂ ਨਟ ਬੋਲਟਾਂ ਦੇ ਉੱਪਰ ਪਏ ਹੁੰਦੇ ਆ ਨਾ, ਰਾਊਂਡ ਜਿਹਨੂੰ ਆਪਾਂ ਪੰਜਾਬੀ 'ਚ ਚੂੜੀ ਕਹਿ ਦਿੰਦੇ ਹਾਂ। ਸੋ ਉਹ ਥਰੈਡਸ ਹੁੰਦੇ, ਉਹ ਕਈ ਵਾਰੀ ਪਲਾਸਟਿਕ ਪ੍ਰੋਡਕਟਸ ਦੇ ਵਿੱਚ ਵੀ ਸਾਨੂੰ ਪਾਉਣੇ ਪੈਂਦੇ। ਪਾਰਟਿੰਗ ਲਾਈਨ ਉਹ ਲਾਈਨ ਹੁੰਦੀ ਹੈ ਜਿੱਥੋਂ ਸਾਡਾ ਮੋਲਡ ਓਪਨ ਹੁੰਦਾ, ਠੀਕ ਆ। ਸੋ ਪਾਰਟਿੰਗ ਲਾਈਨ ਜਿਹੜੀ ਆ ਕਿ ਉੱਥੋਂ ਸਾਡਾ ਮੋਲਡ, ਜਿੱਥੋਂ ਸਾਡਾ ਮੋਲਡ ਓਪਨ ਹੋਊਗਾ ਹਰ ਵਾਰੀ, ਸਾਨੂੰ ਉਹ ਸਾਨੂੰ ਪਾਰਟਿੰਗ ਲਾਈਨ ਡਿਸਾਈਡ ਕਰਨੀ ਪੈਂਦੀ ਕਿ ਕੰਪੋਨੈਂਟ ਦੀ ਪਾਰਟਿੰਗ ਲਾਈਨ ਤੁਸੀਂ ਕਿੱਥੇ ਰੱਖਣੀ ਆ, ਠੀਕ ਆ। ਡਿਪੈਂਡ ਕਰਦਾ ਕਿ ਤੁਸੀਂ ਬੰਦੇ ਦੀ ਕੰਪੋਨੈਂਟ ਪ੍ਰੋਫਾਈਲ ਕਿਸ ਤਰ੍ਹਾਂ ਦੀ, ਉੱਥੇ ਡਿਪੈਂਡ ਕਰਦਾ ਕਿ ਉਹਦਾ ਪਾਰਟਿੰਗ ਲਾਈਨ ਕਿੱਥੇ ਰੱਖ ਰਿਹਾ, ਠੀਕ ਹੈ। ਪਾਰਟਿੰਗ ਲਾਈਨ ਡਿਸਾਈਡ ਕਰਨਾ ਬੜਾ ਮੇਜਰ ਹੁੰਦੀ ਹੈ ਚੀਜ਼, ਹੈ ਨਾ। ਗਲਤ ਪਾਰਟਿੰਗ ਲਾਈਨ ਡਿਸਾਈਡ ਕਰੋਗੇ ਤਾਂ ਕਈ ਵਾਰੀ ਸਾਡਾ ਪ੍ਰੋਡਕਟ ਵੀ ਠੀਕ ਨਹੀਂ ਬਣਦਾ ਅਤੇ ਅਨਨੈਸੈਸਰੀ ਮਕੈਨਿਜ਼ਮ ਲਗਾਉਣੇ ਪੈਂਦੇ ਆ। ਸਹੀ ਪਾਰਟਿੰਗ ਲਾਈਨ ਜਿਹੜੀ ਹੈਗੀ ਕੰਪੋਨੈਂਟ ਨੂੰ ਵਿਦਆਊਟ ਬ੍ਰੇਕੇਜ ਜਿਹੜਾ ਹੈ ਈਜ਼ੀਲੀ ਬਾਹਰ ਕੱਢ ਦਿੰਦੀ ਹੈ। ਫਿਲਟਸ ਐਂਡ ਗੈਸਟਸ ਦਾ ਮਤਲਬ ਹੈਗਾ ਕਿ ਫਿਲਟਸ ਮਤਲਬ ਹੁੰਦਾ ਕਿ ਰਾਊਂਡ, ਠੀਕ ਆ। ਕਾਰਨਰਸ ਰਾਊਂਡ ਰੱਖਣੇ ਆਪਾਂ ਪ੍ਰੋਡਕਟ ਦੇ। ਹਮੇਸ਼ਾ ਆਪਾਂ ਪਲਾਸਟਿਕ ਪ੍ਰੋਡਕਟਸ ਦੇ ਜਿਹੜੇ ਕਾਰਨਰ ਹੁੰਦੇ ਨੇ ਸ਼ਾਰਪ ਨਹੀਂ ਰੱਖਣੇ, ਉਹਨਾਂ ਨੂੰ ਰਾਊਂਡ ਰੱਖਣਾ ਹੁੰਦਾ। ਰਾਊਂਡ ਰੱਖਣ ਦਾ ਇਹ ਕਾਰਨ ਹੈ ਕਿ ਜਿਹੜਾ ਮਟੀਰੀਅਲ ਦਾ ਫਲੋ ਹੁੰਦਾ, ਜਦੋਂ ਪਲਾਸਟਿਕ ਮੈਲਟਡ ਫਾਰਮ ਦੇ ਵਿੱਚ ਮਟੀਰੀਅਲ ਫਲੋ ਕਰਦਾ ਤਾਂ ਉਹ ਈਜ਼ੀਲੀ ਫਲੋ ਹੋ ਜੇ। ਮੋਲਡ ਦੇ ਵਿੱਚ ਜਿਹੜੀ ਕੋਰ ਕੈਵਿਟੀ ਹੋਏਗੀ, ਉਹਦੇ ਵਿੱਚ ਇੰਪਰੈਸ਼ਨ ਜਿਹਦੇ ਵਿੱਚ ਮਟੀਰੀਅਲ ਨੇ ਫਲੋ ਕਰਕੇ ਜਾਣਾ ਹੁੰਦਾ, ਉਹਦੇ ਵਿੱਚ ਈਜ਼ੀਲੀ ਫਲੋ ਹੋ ਜੇ, ਉਹਨੂੰ ਕੋਈ ਰਿਸਟ੍ਰਿਕਸ਼ਨ ਨਾ ਆਵੇ ਉਹਨੂੰ ਫਲੋਇੰਗ ਕਰਨ ਦੇ ਵਿੱਚ।
ਸ਼ਾਰਪ ਕਾਰਨਰ ਹੋਣਗੇ ਅਤੇ ਮਟੀਰੀਅਲ ਉੱਥੋਂ ਕੱਲ੍ਹ ਨੂੰ ਬਾਅਦ ਦੇ ਵਿੱਚ ਸੋਲਡੀਫਾਈ ਹੋ ਗਿਆ ਅਤੇ ਉਹ ਫਿਰ ਸਟਰੈਸ ਰਹਿ ਜਾਂਦੀ ਆ, ਉੱਥੇ ਸਟਰੈਸ ਬਣਿਆ ਰਹਿ ਜਾਂਦਾ, ਜਿਹੜਾ ਕਿ ਲੇਟਰ ਔਨ ਉੱਥੇ ਫਿਰ ਪ੍ਰੋਬਲਮ ਕ੍ਰੀਏਟ ਕਰਦਾ। ਸੋ ਮੋਲਡਡ ਹੋਲਸ, ਕਈ ਵਾਰੀ ਅਸੀਂ ਹੋਲਸ ਵਗੈਰਾ ਮੋਲਡਡ ਕਰ ਦਿੰਦੇ ਹਾਂ, ਠੀਕ ਆ, ਕੰਪੋਨੈਂਟ ਦੇ ਵਿੱਚ ਹੋਲਸ ਵੀ ਬਣਾਏ ਹੁੰਦੇ ਆ, ਡਿਊਰਿੰਗ ਮੋਲਡਿੰਗ ਦੇ ਹੀ ਅਸੀਂ ਹੋਲਸ ਕ੍ਰੀਏਟ ਕਰ ਲੈਂਦੇ ਹਾਂ। ਮੈਟਲ ਇਨਸਰਟਸ, ਕਈ ਵਾਰੀ ਅਸੀਂ ਮੈਟਲ ਦੇ ਇਨਸਰਟਸ ਪਲਾਸਟਿਕ ਦੇ ਵਿੱਚ ਵੇਖਿਆ ਹੋਏਗਾ ਕਿ ਲੋਹੇ ਦੇ ਵੀ ਪਾਰਟਸ, ਲੋਹੇ ਦੇ ਨਿੱਕੇ ਨਿੱਕੇ ਪਾਰਟ ਵੀ ਪਲਾਸਟਿਕ ਦੇ ਵਿੱਚ ਹੀ ਅੰਦਰ ਪੱਕੇ ਫਿਕਸ ਹੋ ਕੇ ਹੁੰਦੇ ਆ। ਗੇਟ ਸਾਈਜ਼ ਐਂਡ ਲੋਕੇਸ਼ਨ, ਗੇਟ ਸਾਈਜ਼ ਦਾ ਲੋਕੇਸ਼ਨ ਹੁੰਦਾ, ਗੇਟ ਦਾ ਮਤਲਬ ਹੁੰਦਾ ਕਿ ਜਦੋਂ ਸਾਡਾ ਮੋਲਡ ਹੁੰਦਾ ਨਾ, ਮੋਲਡ ਹੁੰਦਾ ਸਾਂਚਾ, ਤੁਹਾਨੂੰ ਸਮਝਦੇ ਮੈਂ ਬਾਰ-ਬਾਰ ਮੋਲਡ ਦਾ ਨਾਮ ਲਾ ਰਿਹਾ। ਮੋਲਡ ਦਾ ਮਤਲਬ ਹੈ ਸਾਂਚਾ, ਠੀਕ ਆ। ਸਾਂਚੇ ਦੇ ਵਿੱਚ ਜਦੋਂ ਅਸੀਂ ਮਟੀਰੀਅਲ ਨੂੰ ਫਲੋ ਕਰਾਉਣਾ ਹੁੰਦਾ, ਮਟੀਰੀਅਲ ਪਿੱਛੋਂ ਮੈਲਟਡ ਫਾਰਮ 'ਚ ਆਇਆ, ਪਹਿਲਾਂ ਉਹ ਸਪਰੂ 'ਚ ਜਾਂਦਾ, ਫਿਰ ਉਹ ਰਨਰ 'ਚ ਜਾਂਦਾ, ਫਿਰ ਉਹ ਗੇਟ 'ਚ ਜਾ ਕੇ ਫਿਰ ਇੰਪਰੈਸ਼ਨ 'ਚ ਜਾਂਦਾ। ਗੇਟ ਉਹ ਲੋਕੇਸ਼ਨ ਹੁੰਦੀ ਜਦੋਂ ਸਾਡਾ ਮਟੀਰੀਅਲ ਇੰਪਰੈਸ਼ਨ ਦੇ ਵਿੱਚ ਐਂਟਰ ਕਰਦਾ, ਜਿਹੜਾ ਕਿ ਬਾਅਦ 'ਚ ਠੰਡਾ ਹੋ ਕੇ ਸਾਡਾ ਕੰਪੋਨੈਂਟ ਬਣਦਾ, ਠੀਕ ਆ। ਉੱਥੇ ਕਿਹੜੀ ਜਗ੍ਹਾ ਲੋਕੇਸ਼ਨ ਰੱਖਣੀ ਅਤੇ ਗੇਟ ਸਾਈਜ਼ ਕਿੰਨਾ ਰੱਖਣਾ, 1 mm 2 mm ਕਿੰਨਾ ਵੀ ਸਾਈਜ਼ ਰੱਖਣਾ, ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਸ਼ਰਿੰਕੇਜ, ਹਰੇਕ ਮਟੀਰੀਅਲ ਦੀ ਡਿਫਰੈਂਟ ਸ਼ਰਿੰਕੇਜ ਆ। ABS, ਪੋਲੀਪ੍ਰੋਪਲੀਨ, PC, ਇਹ ਸਾਰੇ ਮਟੀਰੀਅਲਸ ਜਿਹੜੇ ਹੋਣਗੇ ਇਹਨਾਂ ਦੀ ਸ਼ਰਿੰਕੇਜ ਡਿਫਰੈਂਟ ਹੋਏਗੀ। ਕਿਸੇ ਦੀ 0.6, 0.7, ਜਦੋਂ ਠੰਡੇ ਹੁੰਦੇ ਨੇ ਤਾਂ ਡਿਫਰੈਂਟ ਸ਼ਰਿੰਕੇਜ ਵੈਲਿਊ ਦਿੰਦੇ ਨੇ, ਉਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਰਫੇਸ ਫਿਨਿਸ਼ ਔਰ ਸ਼ਰਿੰਕੇਜ ਦੀ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਗੱਲ ਦੱਸਾਂ ਕਿ ਸ਼ਰਿੰਕੇਜ ਪਲਾਸਟਿਕ ਸ਼ਰਿੰਕ ਕਰਦਾ, ਔਰ ਸਾਨੂੰ ਕੀ ਹੈ ਕਿ ਅਸੀਂ ਪਹਿਲਾਂ ਹੀ ਜਿਹੜਾ ਸਾਈਜ਼ ਹੈਗਾ ਉਹ ਕਈ ਵਾਰੀ ਕੰਪੋਨੈਂਟ ਦਾ ਸਾਈਜ਼ ਜਿਹੜਾ ਹੈਗਾ, ਕੋਰ ਕੈਵਿਟੀ ਪਹਿਲਾਂ ਅਸੀਂ ਵੱਡੀ ਬਣਾ ਲੈਂਦੇ ਹਾਂ। ਕੋਰ ਮੀਨਸ ਕੰਪੋਨੈਂਟ ਦਾ ਇੰਟਰਨਲ ਸ਼ੇਪ ਦਿੰਦਾ, ਕੈਵਿਟੀ ਆਊਟਰ ਸ਼ੇਪ ਦਿੰਦਾ। ਅਸੀਂ ਕੋਰ ਕੈਵਿਟੀ ਪਹਿਲਾਂ ਹੀ ਵੱਡੀ ਬਣਾ ਲੈਂਦੇ ਹਾਂ, ਉਹਦਾ ਸਾਈਜ਼ ਇਨਕਲੂਡਿੰਗ ਸ਼ਰਿੰਕੇਜ, ਜਿੰਨੀ ਸਾਨੂੰ ਸ਼ਰਿੰਕੇਜ ਵੈਲਿਊ ਦਿੱਤੀ ਹੁੰਦੀ ਹੈ ਉਹਨੂੰ ਆਪਾਂ ਐਡ ਕਰ ਰਹੇ ਹਾਂ ਕੋਰ ਕੈਵਿਟੀ ਦੇ ਵਿੱਚ, ਕਿ ਜਦੋਂ ਕੰਪੋਨੈਂਟ ਸਾਡਾ ਬਾਹਰ ਆਵੇ ਤਾਂ ਐਕਚੁਅਲ ਸਾਈਜ਼ ਦੇ ਵਿੱਚ ਆਵੇ, ਠੀਕ ਹੈ। ਸਰਫੇਸ ਫਿਨਿਸ਼ ਕੀ, ਤੁਹਾਡੇ ਕੰਪੋਨੈਂਟ ਦੀ ਸਰਫੇਸ ਫਿਨਿਸ਼ ਉਹੋ ਜਿਹੀ ਹੋਏਗੀ ਜਿੱਦਾਂ ਸਾਡੀ ਮੋਲਡ ਦੇ ਅੰਦਰ ਸਰਫੇਸ ਰੱਖੀ ਹੋਏਗੀ। ਤੁਸੀਂ ਉਹਦੇ ਅੰਦਰ ਜੇ ਤੁਸੀਂ ਮੋਲਡ ਦੀ ਸਰਫੇਸ ਦੇ ਉੱਪਰ ਕ੍ਰੋਮ ਪਲੇਟਿੰਗ ਕੀ ਹੈ ਤਾਂ ਬੜੀ ਸ਼ਾਈਨਿੰਗ ਸਰਫੇਸ ਆਏਗੀ। ਤੁਸੀਂ ਉਹਦੇ ਉੱਪਰ ਰਫਲੀ ਸਰਫੇਸ ਮੋਲਡ ਦੇ ਅੰਦਰ ਰੱਖੇ ਹੋਏ ਕੋਰ ਕੈਵਿਟੀ ਦੇ, ਤੇ ਉਹੀ ਰਫ ਦਾ ਸੇਮ ਇੰਪਰੈਸ਼ਨ ਜਿਹੜਾ ਹੈਗਾ ਉਹ ਕੰਪੋਨੈਂਟ ਦੇ ਉੱਪਰ ਆਉਣਾ। ਚਲੋ ਅੱਜ ਦੇ ਲਈ ਇੰਨਾ ਆ, ਬਾਕੀ ਨੈਕਸਟ ਕਲਾਸ ਦੇ ਵਿੱਚ ਅਸੀਂ ਦੇਖਾਂਗੇ ਇਹਨੂੰ, ਆਪਾਂ ਇਹੀ ਜਿਹੜੀਆਂ ਟਰਮਸ ਹੈਗੀਆਂ ਉਹਨਾਂ ਆਪਾਂ ਡਿਟੇਲ 'ਚ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ।